ਭਾਰਤ ਅਤੇ ਸਿੰਗਾਪੁਰ ਵਿੱਚ ਛੇਤੀ ਅਤੇ ਆਸਾਨ ਲੈਣ-ਦੇਣ ਦੀ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਸੰਯੁਕਤ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਹੋਈ ਸ਼ੁਰੂਆਤ। ਪੰਜਾਬ ਦੇ ਮੁੱਖ ਮੰਤਰੀ ਨੇ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਦੇ ਨਿਪਟਾਰੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਾਂਝੀਆਂ ਕੋਸ਼ਿਸ਼ਾਂ ਕਰਨ ਦੀ ਲੋੜ ਤੇ ਦਿੱਤਾ ਜ਼ੋਰ। ਅਤੇ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਦੂਜਾ ਦਿਨ। नमस्कार, खबरां दे बुलेटिन विच तुहाडा स्वागत है। मैं हाँ गीतू गुलाटी अते हुण खबरां विस्तार नाल। भारत ਅਤੇ ਸਿੰਗਾਪੁਰ ਨੇ ਇੱਕ ਸਾਂਝੀ ਡਿਜੀਟਲ ਭੁਗਤਾਨ ਪ੍ਰਣਾਲੀ ਸ਼ੁਰੂ ਕੀਤੀ ਹੈ। ਇਹ ਪ੍ਰਣਾਲੀ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਤੇਜ਼ ਅਤੇ ਆਸਾਨੀ ਨਾਲ ਸੀਮਾ ਪਾਰ ਲੈਣ ਦੇਣ ਕਰਨ ਦੀ ਸਹੂਲਤ ਮੁਹੱਈਆ ਕਰਵਾਏਗੀ। ਇਸ ਸਹੂਲਤ ਦਾ ਸਾਂਝਾ ਆਗਾਜ਼ ਅੱਜ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੇ ਮੋਨੀਟਰੀ ਅਥਾਰਟੀ ਦੇ ਮੈਨੇਜਿੰਗ ਡਾਇਰੈਕਟਰ ਰਵੀ ਮੈਨਨ ਨੇ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਹੂਲਤ ਨੂੰ ਦੋਨਾਂ ਦੇਸ਼ਾਂ ਦੇ ਲੋਕਾਂ ਲਈ ਇੱਕ ਤੋਹਫਾ ਦੱਸਦਿਆਂ ਕਿਹਾ ਕਿ ਇਹ ਫਿਨਟੈਕ ਕਨੈਕਟੀਵਿਟੀ ਵਿੱਚ ਨਵਾਂ ਅਧਿਆਇ ਜੋੜੇਗੀ। ਲੋਕ ਘੱਟ ਲਾਗਤ ਅਤੇ ਤੇਜ਼ੀ ਨਾਲ ਮੋਬਾਈਲ ਫੋਨ ਤੋਂ ਆਪਣੇ ਸਗੇ ਸੰਬੰਧੀਆਂ ਨੂੰ ਪੈਸੇ ਭੇਜ ਸਕਣਗੇ। ਹੋਰ ਲੋਕਾਂ ਤੋਂ ਇਲਾਵਾ ਪੇਸ਼ੇਵਰ ਅਤੇ ਵਿਦਿਆਰਥੀ ਇਸ ਭੁਗਤਾਨ ਪ੍ਰਣਾਲੀ ਦਾ ਲਾਭ ਲੈ ਸਕਣਗੇ। भारत और सिंगापुर की मित्रता बहुत पुरानी है। समय की कसौटी पर हमेशा खरी उतरी है। हमारे पीपल टू पीपल रिश्ते इसका मुख्य आधार है। यूपीआई पे नाउ लिंक का लॉन्च आज दोनों देशों के नागरिकों के लिए एक ऐसा उपहार है जिसका वे उत्सुकता से इंतजार कर रहे थे। डिजिटल ਅਤੇ ਫਿਨਟੈਕ ਖੇਤਰ ਵਿੱਚ ਭਾਰਤ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਵਪਾਰ ਨੂੰ ਸੌਖਾ ਕਰਨ ਅਤੇ ਜੀਵਨ ਨੂੰ ਸੌਖਲਾ ਬਣਾਉਣ ਵਿੱਚ ਸਹੂਲਤ ਦਿੱਤੀ ਗਈ ਹੈ, ਜਿਸ ਕਰਕੇ ਪ੍ਰਸ਼ਾਸਨ ਅਤੇ ਲੋਕ ਸੇਵਾ ਤੰਤਰ ਨੂੰ ਦਰੁਸਤ ਕਰਨ ਵਿੱਚ ਵੀ ਮਦਦ ਮਿਲੀ ਹੈ। ਕੋਵਿਡ ਮਹਾਮਾਰੀ ਦੌਰਾਨ ਨਾਗਰਿਕਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਭੇਜੇ ਗਏ। ਭਾਰਤ ਹੁਣ ਡਿਜੀਟਲ ਭੁਗਤਾਨ ਵਿੱਚ ਇੱਕ ਮੋਹਰੀ ਦੇਸ਼ ਬਣ ਚੁੱਕਿਆ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰਣਾਲੀ ਘੱਟ ਖਰਚ ਵਿੱਚ ਛੇਤੀ ਅਤੇ ਸੌਖ ਨਾਲ ਪੈਸੇ ਭੇਜਣ ਦੀ ਸਹੂਲਤ ਦੇਵੇਗੀ ਤੇ ਦੋਨਾਂ ਦੇਸ਼ਾਂ ਵਿੱਚ ਵਪਾਰ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਪਰਾਲੀ ਦੇ ਪ੍ਰਭਾਵੀ ਪ੍ਰਬੰਧਨ ਲਈ ਮੋਹਾਲੀ ਵਿੱਚ ਕਰਵਾਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਯੋਗਦਾਨ ਲਈ ਸੂਬਿਆਂ ਦੀ ਵਿੱਤੀ ਸਥਿਰਤਾ ਦੀ ਲੋੜ ਤੇ ਜ਼ੋਰ ਦਿੱਤਾ। ਪਰਾਲੀ ਇੱਕ ਪੂੰਜੀ ਪ੍ਰਭਾਵੀ ਪਰਾਲੀ ਪ੍ਰਬੰਧਨ ਸਮੇਂ ਦੀ ਲੋੜ ਵਿਸ਼ੇ ਤੇ ਹੋਈ ਇਸ ਵਰਕਸ਼ਾਪ ਮੌਕੇ ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਵੱਡੀ ਗਿਣਤੀ ਵਿੱਚ ਵਿਗਿਆਨਕ ਅਤੇ ਮਾਹਰ ਸ਼ਾਮਿਲ ਹੋਏ। ਭਗਵੰਤ ਮਾਨ ਨੇ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਦੇ ਨਿਪਟਾਰੇ ਲਈ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਸਾਂਝੀਆਂ ਕੋਸ਼ਿਸ਼ਾਂ ਕਰਨ ਦੀ ਵਕਾਲਤ ਕੀਤੀ। बायोगैस, खाद, बिजली का भी प्रावधान है। लेटेस्ट टेक्नोलॉजी आ गई है हमारे पास, हैं पंजाब में कंपनियां। अभी रिसेंट अगर मैं कहूं तो लहरा गागा के पास बर्वियो जर्मनी की कंपनी है। तो ऐसी कंपनियां आ जाएं, जैसा कि आपने मुझे ब्रोशर दिखाया, एप्रिशिएट कर रहे हैं आप ऐसी टेक्नोलॉजी को, लेटेस्ट टेक्नोलॉजी है तो फायदा होगा। जब उसको पता चलेगा कि ये पराली को आग नहीं मैं लगा रहा, मैं पैसे को आग लगा रहा हूं, मैं अपनी संपत्ति को आग लगा रहा हूं, तब वो कहेगा मैं नहीं इसको आग लगाऊंगा, इसको मैं बेच दूंगा। तो फाइनेंशियली उसको फायदा हो जाएगा। उन्होंने कहा कि समूचे उत्तरी भारत का लंबे समय तो चलिया आ रहा मसला है ਅਤੇ ਕਿਸਾਨਾਂ ਕੋਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਠੋਸ ਤਰੀਕਿਆਂ ਦੀ ਘਾਟ ਹੈ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗੇ ਲਗਾਉਣ ਦਾ ਮਾੜਾ ਅਸਰ ਕਿਸਾਨ ਦੇ ਪਰਿਵਾਰ ਤੇ ਵੀ ਪੈਂਦਾ ਹੈ, ਇਸ ਲਈ ਇਸ ਮਸਲੇ ਤੇ ਠੋਸ ਹੱਲ ਦੀ ਲੋੜ ਹੈ।
ਉਹਨਾਂ ਨੇ ਪਰਾਲੀ ਨੂੰ ਅਸਾਸਾ ਦੱਸਦਿਆਂ ਕਿਹਾ ਕਿ ਪਰਾਲੀ ਸਾੜਨ ਦੇ ਖਤਰੇ ਦੇ ਪ੍ਰਬੰਧਨ ਲਈ ਟਿਕਾਊ ਵਿਧੀ ਵਿਕਸਿਤ ਕਰਨ ਦੀ ਵੀ ਜ਼ਰੂਰਤ ਹੈ। ਉਹਨਾਂ ਨੇ ਕੇਂਦਰੀ ਵਾਤਾਵਰਣ ਮੰਤਰੀ ਅੱਗੇ ਟੈਕਸਾਂ ਦੇ ਦਿਹਾਤੀ ਵਿਕਾਸ ਫੰਡਾਂ ਦਾ ਬਕਾਇਆ ਤੁਰੰਤ ਜਾਰੀ ਕਰਨ ਦਾ ਮਸਲਾ ਵੀ ਚੁੱਕਦਿਆਂ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਦਾ ਜ਼ਿਕਰ ਵੀ ਕੀਤਾ। उधर हरियाणा के मुख्यमंत्री मनोहर लाल ने इस वर्कशॉप मौके कहा कि सूबा सरकार पराली साड़न दीआं चुनौतियां नूं आर्थिक लाभ के मौकों में बदलण लई हर संभव कोशिश करेगी। उन्होंने कहा कि पराली और पानी का प्रबंधन समय की लोड़ है। उन्होंने कहा कि हरियाणा में पराली साड़न के मामलों में कमी वास्ते अहम कदम चुके गए हैं, जिसकी बदौलत हरियाणा में पराली साड़न के मामलों में 40% की कमी आई है। हरियाणा के किसानों को हमने अवेयर किया है, उनको सचेत किया है और उसके कारण से मैं धन्यवाद करता हूं हरियाणा के किसानों का। उन्होंने उस बात को माना भी है और हमारे केसेस बहुत कम हो रहे हैं। पिछले साल लगभग 6700 केसेस थे जो पराली जलाने के, लेकिन नए विचार तो आपसे चाहिए कि इसका और उपयोग क्या हो सकता है। तो इस प्रकार से इस विषय पर मैं इतनी ही बात आपके सामने रखूंगा कि पराली का जलाने का जो विकल्प है वो उसका सदुपयोग इंडस्ट्री में है और इंडस्ट्री के माध्यम से हम इन चीज़ों को लेकर के आगे बढ़ें। उन्होंने पानी के मसले में भी आपसी सहयोग नाल सुलझाउण दी गल आखदिआं कहा है कि हरियाणा पहला ही दिल्ली नूं 250 क्यूसिक वाधू पानी मुहैया करवा रहा है। उन्होंने कहा कि सूबे विच मेरा पानी मेरी विरासत योजना राहीं सरकार फसल विभिन्नता नूं हुलारा दे रही है। उन्होंने दस्सिया कि पराली नूं साड़न की समस्या नूं ठल पाउण वास्ते सूबा सरकार ने फसलों की रहंद खूंद के प्रबंधन ते खास स्कीम तैयार की है। पराली दीआं गट्ठां बनाउण लई किसानां नूं मशीनां खरीदण वास्ते सबसिडी समेत होर काम किए जा रहे हैं। उन्होंने पराली दा साड़न लई किसानां नूं अपील करदिआं कहा कि वातावरण नूं बचाउण विच किसानां नूं सरकार दा सहयोग करना चाहिए है। हरियाणा विधानसभा के बजट इजलास तहत अज दूजे दिन की कार्रवाई की शुरुआत हंगामे भरपूर रही। राज्यपाल के भाषण के चर्चा तहत कार्रवाई शुरू होंदियां ही विरोधी धीर वालों वख-वख मुद्दों को लैके सरकार ते दोष लगाए गए और रौला रप्पा पाया गया। प्रश्नकाल दौरान विधायकों वालों चुके गए सवालों के जवाब कैबिनेट मंत्रियों वालों दिते गए। PPP के मुद्दे ते विधायक वालों पूछे गए सवाल का जवाब दिंदिआं मुख्यमंत्री ने कहा कि 2 साल पहला सरकार ने यह व्यवस्था शुरू की सी। कुछ गलतियां होईयां ने जिन्हां नूं सुधारिया जा रहा है और 72 लाख परिवारों का डाटा सरकार ने इकट्ठा किया है। PPP राही अजिहे परिवारों की पहचान की गई जिन्हां की आमदन 1,80,000 तो वध सी। उन्हां दे राशन कार्ड कट्टे गए और योग परिवारों की पहचान करके उन्होंने इस स्कीम नाल जोड़िया गया है। इस तो इलावा अज अभय चौटाला वालों हिसार च कौमांतरी हवाई अड्डे का मुद्दा चुकया गया और वो पंचायतों के मुद्दे ते भी बोले। अभय चौटाला वालों ध्यान दिवाओ प्रस्ताव नूं मंजूर किया गया। बाद दोपहर खबरां लिखे जाने मौके विधानसभा की कार्रवाई जारी सी। हरियाणा के स्कूल सिक्ख्या और संसदीय कार्य मंत्री कंवरपाल ने कहा है कि विधानसभा के बजट इजलास मौके राज्यपाल बंडारू दत्तात्रेय वालों दिता गया भाषण प्रधानमंत्री नरेंद्र मोदी के 2047 तक विकसित भारत बनाउण दे विजन नूं दर्शाउंदा है। संसदीय कार्य मंत्री ने बजट इजलास के कल पहले दिन की कार्रवाई खत्म होने तो बाद पत्रकारों नाल गलबात दौरान एक गल आखदिआं कहा कि केंद्र सरकार ने केंद्रीय बजट विच देश के अर्थचारे नूं $5 ट्रिलियन की अर्थव्यवस्था बनाउण दा टीचा मिथ्या है, जिस नाल भारत विकासशील देश तो विकसित देश के वर्ग विच शामिल होएगा। और जिस प्रकार से माननीय प्रधानमंत्री जी ने कहा है कि 2047 तक हम देश की जो अर्थव्यवस्था है वो 5 ट्रिलियन की करना चाहते हैं, तो जो केंद्र का बजट है वो भी उसी प्रकार से, और जो आर्थिक विशेषज्ञ हैं, दुनिया भर के आर्थिक विशेषज्ञों ने इस बात को स्वीकार किया है कि केंद्र सरकार ने जो बजट प्रस्तुत किया है निश्चित तौर से वो विकासशील से विकसित राष्ट्र बनाने की ओर भारत सरकार का कदम है। उन्होंने दस्सिया कि राज्यपाल का भाषण साल 2030 तक घट्टो घट्ट 30% इलैक्ट्रिकल वाहनों की विक्री और उपयोगिता को दर्शाने के नाल ही अंत्योदय की भावना हेठ जिन्हां परिवारों की आमदन 1 लाख रुपए तो घट है उन्हां की आमदन 1,80,000 रुपए सालाना किए जाने के काम तो इलावा होर कल्याणकारी कार्य किए जा रहे हैं।
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਅਤੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਮੁੱਚੇ ਪੰਜਾਬੀਆਂ ਨੂੰ ਪੰਜਾਬੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਮਾਣ ਸਤਿਕਾਰ ਦੇ ਤਰਜੀਹ ਦੇਣੀ ਸਾਡਾ ਇਖਲਾਕੀ ਫਰਜ਼ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਵੱਡਾ ਫੈਸਲਾ ਕਰਦਿਆਂ ਪੰਜਾਬ ਪਾਠ 'ਚ ਸਾਰੇ ਬੋਰਡਾਂ ਤੇ ਪੰਜਾਬੀ ਭਾਸ਼ਾ ਨੂੰ ਪ੍ਰਮੁੱਖ ਤਰਜੀਹ ਦੇਣ ਦਾ ਐਲਾਨ ਕੀਤਾ ਹੈ। ਹਰ ਤਰ੍ਹਾਂ ਦੇ ਸਰਕਾਰੀ, ਪ੍ਰਾਈਵੇਟ ਜਾਂ ਹੋਰ ਬੋਰਡ ਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਲਿਖਣੀ ਲਾਜ਼ਮੀ ਕੀਤੀ ਗਈ ਹੈ ਅਤੇ ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਜੁਰਮਾਨੇ ਵੀ ਕੀਤੇ ਜਾਣਗੇ। ਉਹਨਾਂ ਨੇ ਅਧਿਕਾਰੀਆਂ ਨੂੰ ਸਰਕਾਰੀ ਕੰਮਕਾਜ ਪੰਜਾਬੀ ਵਿੱਚ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ। ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬੀ 150 ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਉਹਨਾਂ ਨੇ UNO ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੁਨੀਆ ਭਰ ਦੀਆਂ 7000 ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ 12ਵਾਂ ਸਥਾਨ ਪ੍ਰਾਪਤ ਹੈ ਅਤੇ ਇਸ ਰਿਪੋਰਟ ਵਿੱਚ ਅਗਲੇ 50 ਸਾਲਾਂ 'ਚ 2000 ਭਾਸ਼ਾਵਾਂ ਖਤਮ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ, ਜਿਸ ਵਿੱਚੋਂ ਪੰਜਾਬੀ ਭਾਸ਼ਾ ਵੀ ਇੱਕ ਹੈ। ਇਸ ਲਈ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਸੂਬਾ ਸਰਕਾਰ ਹਰ ਸਾਰਥਕ ਕਦਮ ਚੁੱਕੇਗੀ। NIA ਵੱਲੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਅੱਜ ਵੱਖ-ਵੱਖ 70 ਤੋਂ ਵੱਧ ਥਾਵਾਂ ਤੇ ਤਲਾਸ਼ੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਗੈਂਗਸਟਰਾਂ ਅਤੇ ਉਹਨਾਂ ਦੇ ਅਪਰਾਧਕ ਸਿੰਡੀਕੇਟ ਖਿਲਾਫ NIA ਵੱਲੋਂ ਦਰਜ ਮਾਮਲਿਆਂ ਸੰਬੰਧੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਯਮੁਨਾਨਗਰ ਦੇ DSP ਪ੍ਰਮੋਦ ਰਾਣਾ ਨੇ ਇਹਨਾਂ ਛਾਪਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। हरियाणा पुलिस और NIA की टीम द्वारा ज्वाइंट ऑपरेशन किया गया था और ये यहाँ पर यमुनानगर में भी जो संदिग्ध स्थान है और संदिग्ध व्यक्तियों के साथ जिनके साथ लिंक जुड़ा हुआ है उनके यहाँ पर आज रेड की गई है और अभी भी सर्च अभियान जारी है। कोई तन्नू मन्नू है, ठेकेदार हैं और इनके यहाँ पर आज आए हैं, अभी सर्च जारी है। ਅਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ ਟਵਿੱਟਰ ਹੈਂਡਲ DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।